ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਦੀਵਾਲੀ ਤੋਂ ਪਹਿਲਾਂ ਘਰ ਦੇ ਵਿੱਚੋਂ ਇਹ ਇੱਕ ਚੀਜ਼ ਬਾਹਰ ਸੁੱਟ ਦਿੰਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਕਦੇ ਵੀ ਗਰੀਬੀ ਨਹੀਂ ਆਵੇਗੀ। ਬੇਅੰਤ ਪੈਸਾ ਆ ਜਾਵੇਗਾ। ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ, ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੇ ਮਿਹਰ ਸਦਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ। ਸਾਧ ਸੰਗਤ ਜੀ, ਪੁਰਾਣੇ ਸਮੇਂ ਦੀ ਗੱਲ ਹੈ ਕਿ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ। ਕਹਿੰਦੇ ਉਹਨਾਂ ਦੇ ਘਰ ਵਿੱਚ ਨਾ ਅੰਤਾਂ ਦੀ ਗਰੀਬੀ ਸੀ। ਉਹਦੇ ਕੋਲ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਤੇ ਇੱਕ ਧੀ ਦੀ ਦਾਤ ਪ੍ਰਾਪਤ ਹੋਈ। ਕਹਿੰਦੇ ਕਿ ਧੀ ਪੁੱਤ ਹੌਲੀ ਹੌਲੀ ਵੱਡੇ ਹੋਣੇ ਸ਼ੁਰੂ ਹੋ ਗਏ। ਉਹਦੀ ਘਰਵਾਲੀ ਕਹਿੰਦੀ ਕਿ ਹੁਣ ਧੀ ਪੁੱਤ ਜਵਾਨ ਹੋਣ ਵਾਲੇ ਹਨ, ਵੱਡੇ ਹੋਣ ਵਾਲੇ ਹਨ, ਆਪਾਂ ਇਹਨਾਂ ਨੂੰ ਸਕੂਲੇ ਵੀ ਪੜ੍ਹਨੇ ਪਾਉਣਾ ਹੈ, ਜ਼ਰੂਰਤ ਦੀਆਂ ਹਰੇਕ ਚੀਜ਼ਾਂ ਲਿਆ ਕੇ ਦਿਆ ਕਰੀਏ। ਕਹਿੰਦੇ ਕਿ ਦੋਵੇਂ ਜਾਣੇ ਕਹਿੰਦੇ ਕਿ ਠੀਕ ਹੈ। ਹੁਣ ਵਿਚਾਰਾ ਦਿਹਾੜੀ ਕਰਕੇ ਲਿਆਉਂਦਾ ਸੀ, ਉਹਦੇ ਨਾਲ ਮਸਾਂ ਹੀ ਘਰ ਦਾ ਗੁਜ਼ਾਰਾ ਹੀ ਚੱਲਦਾ ਸੀ। ਕਹਿੰਦੇ ਅੱਜ ਪਤਨੀ ਨੇ ਕਿਹਾ ਕਿ ਅੱਜ ਕਿੰਨੇ ਕੁ ਪੈਸੇ ਇਕੱਠੇ ਕਰਕੇ ਲੈ ਕੇ ਆਇਆ ਹੈ, ਜੇ ਕੱਲ ਨੂੰ ਇਹਨਾਂ ਨੂੰ ਪੜ੍ਹਨ ਪਾ ਸਕੀਏ। ਕਹਿੰਦੇ ਹੁਣ ਜਾਂਦਾ ਤੇ ਕੀ ਕਰਦਾ, ਪਰ ਉਹ ਅੱਜ ਤੇ ਦਿਹਾੜੀ ਵੀ ਉਸਨੂੰ ਨਹੀਂ ਸੀ ਮਿਲੀ। ਕਹਿੰਦੇ ਕਿ ਉਹਨੇ ਤਾਂ ਹੋਰ ਪੈਸੇ ਨਹੀਂ ਹਨ ਮੇਰੇ ਕੋਲ, ਘਰ ਦਾ ਰਾਸ਼ਨ ਲੈ ਕੇ ਆ ਸਕਦੇ ਹਾਂ। ਪਤਨੀ ਸੋਚਦੀ ਹੈ ਕਿ ਐਵੇਂ ਕਿਉਂ ਹੋ ਰਿਹਾ ਹੈ ਸਾਡੇ ਨਾਲ। ਆਪਣੇ ਖੇਤ ਵਿੱਚ ਜਾ ਕੇ ਉਹ ਜਿਹੜਾ ਖੇਤ ਦਾ ਟੁਕੜਾ ਹੁੰਦਾ ਹੈ ਉਹ ਬੰਜਰ ਹੀ ਪਿਆ ਹੁੰਦਾ ਹੈ, ਉਹਦੇ ਤੇ ਪਾਣੀ ਨਹੀਂ ਸੀ ਚੜ੍ਹਦਾ ਤੇ ਨਾ ਹੀ ਉੱਥੇ ਕੁਝ ਹੁੰਦਾ ਸੀ, ਭਾਵ ਕਿ ਫਸਲ ਵਾੜੀ, ਜਿਸ ਕਰਕੇ ਫਸਲ ਨਹੀਂ ਸੀ ਉੱਗਦੀ। ਉੱਥੇ ਜਾ ਕੇ ਕਹਿੰਦਾ ਕਿ ਐਵੇਂ ਕਰਦਾ ਹਾਂ, ਜਿਨ੍ਹਾਂ ਦੇ ਮਾਪਿਓ ਨਹੀਂ ਹੁੰਦੇ ਉਹਨਾਂ ਦਾ ਵੀ ਤਾਂ ਪਾਲਣ ਪੋਸ਼ਣ ਹੋ ਜਾਂਦਾ ਹੈ। ਉਹ ਕੀ ਕਰਦਾ ਹੈ ਤੇ ਕੀ ਸੋਚਦਾ ਹੈ ਕਿ ਮੈਂ ਰੱਸਾ ਫੜ ਕੇ ਅੱਜ ਆਪਣੇ ਗਲ ਵਿੱਚ ਫਾਹ ਹੀ ਪਾ ਲੈਣਾ ਹੈ। ਤੇ ਉਹ ਜਦੋਂ ਫਾਹ ਪਾਉਣ ਲੱਗਾ ਤਾਂ ਇਹਨਾਂ ਨੂੰ ਕਹਿੰਦੇ ਕਿ ਜਿਹੜਾ ਉੱਥੇ ਇੱਕ ਸੰਤ ਫਕੀਰ ਲੰਘਦਾ ਪਿਆ ਸੀ, ਉਹਨੇ ਕਿਹਾ ਕਿ ਭਲਿਆ ਪੁਰਖਾ, ਇਹ ਕੀ ਕਰਦਾ ਪਿਆ ਹੈ ਤੂੰ। ਹੁਣ ਸੰਤ ਫਕੀਰ ਜੀ ਨੂੰ ਦੱਸਦਾ ਹੈ ਕਿ ਫਕੀਰ ਜੀ ਘਰ ਵਿੱਚ ਬੜੀ ਗਰੀਬੀ ਹੈ, ਇਹਦੇ ਕਰਕੇ ਮੈਂ ਇਹ ਸਭ ਕੁਝ ਕਰਨ ਲੱਗਿਆ ਸੀ। ਸੰਤ ਫਕੀਰ ਜੀ ਕਹਿੰਦੇ ਕਿ ਭਲਿਆ ਪੁਰਖਾ, ਇਹ ਜਿਹੜਾ ਜੀਵਨ ਦਾਨ ਹੈ ਪਰਮਾਤਮਾ ਨੇ ਦਿੱਤਾ ਹੈ, ਐਦਾਂ ਨਾ ਕਰ। ਤੇਰੇ ਖੇਤ ਵਿੱਚ ਇੱਕ ਪਰਲੇ ਪਾਸੇ ਉੱਥੇ 4 ਟੱਪੇ ਹਨ, ਕਈ ਦੇ ਨਾਲ ਜੇਕਰ ਤੂੰ ਮਾਰੇਗਾ ਤਾਂ ਤੇਰੀ ਸਾਰੀ ਗਰੀਬੀ ਦੂਰ ਹੋ ਜਾਵੇਗੀ। ਪਰ ਯਾਦ ਰੱਖੀ, 5ਵਾਂ ਟੱਪਾ ਨਾ ਮਾਰੀ। 5ਵਾਂ ਟੱਪਾ ਤੇਰੇ ਘਰ ਵਿੱਚ ਦੁੱਖ ਕਲੇਸ਼ ਲੈ ਕੇ ਆ ਜਾਵੇਗਾ, ਇਸ ਤੋਂ ਵੀ ਵੱਧ ਗਰੀਬੀ ਆ ਜਾਵੇਗੀ। ਕਹਿੰਦੇ ਕਿ ਉਹ ਸੰਤ ਫਕੀਰ ਉਥੋਂ ਚਲੇ ਗਏ। ਉਹਨਾਂ ਦੱਸਿਆ ਕਿ ਨਾਲ ਦੇ ਇੱਥੇ ਇੱਕ ਜੰਗਲ ਹੈ, ਉੱਥੇ ਮੈਂ ਰਹਿੰਦਾ ਹਾਂ। ਹੁਣ ਘਰ ਜਾਂਦਾ ਤੇ ਕਈ ਲੈ ਕੇ ਆਉਂਦਾ ਹੈ ਤੇ ਕਹਿੰਦੇ ਕਿ ਇੱਕ ਹੀ ਟੱਪਾ ਮਾਰਦਾ ਹੈ, ਉਹਦੇ ਵਿੱਚੋਂ ਉਹਨੂੰ ਹੀਰੇ ਲੱਭ ਜਾਂਦੇ ਹਨ। ਉਹ ਹੀਰੇ ਬੜੇ ਹੀ ਬੇਸ਼ਕੀਮਤੀ ਹੁੰਦੇ ਹਨ। ਘਰ ਲੈ ਕੇ ਚਲਿਆ ਜਾਂਦਾ ਹੈ। ਘਰ ਜਾ ਕੇ ਆਪਣੀ ਪਤਨੀ ਨੂੰ ਦੱਸਦਾ ਹੈ ਕਿ ਹੁਣ ਆਪਾਂ ਨੂੰ ਗਰੀਬੀ 'ਚ ਕਦੇ ਵੀ ਦਿਲ ਨਹੀਂ ਦਿਖਾਉਣਾ ਚਾਹੀਦਾ। ਹੁਣ ਸਾਡੇ ਘਰ ਵਿੱਚੋਂ ਗਰੀਬੀ ਕੋਹਾਂ ਦੂਰ ਹੋ ਜਾਵੇਗੀ। ਉਹ ਕਹਿੰਦੀ ਕਿ ਇਹ ਕਿਵੇਂ ਹੋਇਆ ਹੈ। ਕਹਿੰਦਾ ਐਵੇਂ ਸੰਤ ਫਕੀਰ ਨੇ ਮੈਨੂੰ ਦੱਸਿਆ ਸੀ ਕਿ ਆਪਣੀ ਜ਼ਮੀਨ ਦੇ ਪਰਲੇ ਪਾਸੇ ਤੂੰ ਇੱਕ ਟੱਪਾ ਕਹੀ ਦਾ ਮਾਰੀ ਤੇ ਤੈਨੂੰ ਉੱਥੇ 4 ਟੱਪੇ ਸੋਨੇ ਦੀਆਂ ਮੋਹਰਾਂ ਦੇ ਮਿਲ ਜਾਣਗੇ, ਪਰ 5ਵਾਂ ਟੱਪਾ ਨਾ ਮਾਰੀ। ਉਹ ਕਹਿੰਦੀ ਤੁਸੀਂ ਕਿੰਨੇ ਭੋਲੇ ਹੋ। ਉਹ ਕਹਿੰਦੀ ਤੁਸੀਂ ਕਿੰਨੇ ਟੱਪੇ ਮਾਰੇ। ਉਹ ਕਹਿੰਦਾ ਕਿ ਮੈਂ ਤਾਂ ਇੱਕ ਹੀ ਟੱਪਾ ਮਾਰ ਕੇ ਲਿਆਇਆ ਹਾਂ। ਕਹਿੰਦੀ ਫਿਰ ਆਪਾਂ ਕੱਲ ਨੂੰ ਚੱਲਾਂਗੇ, ਬਾਕੀ ਟੱਪੇ ਵੀ ਮਾਰ ਕੇ ਵੇਖਾਂਗੇ ਤੇ ਕਹੀ ਨਾਲ ਪੁੱਟ ਕੇ ਵੇਖਾਂਗੇ ਕਿ ਬਾਕੀ ਸਮਾਨ ਵੀ ਉੱਥੇ ਹੋਵੇਗਾ ਤੇ ਉਹ ਸਾਰਾ ਹੀ ਲੈ ਆਵਾਂਗੇ। ਕਹਿੰਦਾ ਕਿ ਚਲ ਠੀਕ ਹੈ। ਦੋਵੇਂ ਜਾਣੇ ਜਾਣ ਲੱਗ ਪਏ ਤੇ ਪੁੱਤਰ ਕਹਿੰਦਾ ਮੈਂ ਵੀ ਨਾਲ ਜਾਣਾ। ਉਹਨੂੰ ਬੜਾ ਸਮਝਾਇਆ ਕਿ ਤੂੰ ਘਰ ਰਹਿ। ਉਹਨੇ ਕਿਹਾ ਨਹੀਂ, ਮੈਂ ਨਾਲ ਹੀ ਜਾਵਾਂਗਾ। ਉਹਨੂੰ ਲੈ ਕੇ ਚਲੇ ਗਏ ਤੇ ਹੁਣ ਉਹਨਾਂ ਨੇ ਜਾ ਕੇ ਉੱਥੇ ਦੂਜਾ ਟੱਪਾ ਮਾਰਿਆ। ਉੱਥੇ ਹੋਰ 4 ਹੀਰੇ ਲੱਭੇ। ਇਦਾਂ ਹੀ ਕਰਦਿਆਂ ਕਰਦਿਆਂ 4 ਟੱਪੇ ਮਾਰ ਦਿੱਤੇ। ਪਹਿਲਾਂ ਹੀਰੇ, ਸੋਨਾ, ਚਾਂਦੀ ਬੜਾ ਕੁਝ ਲੱਭਿਆ। ਕਹਿੰਦਾ ਚੱਲ ਹੁਣ ਭਾਗਵਾਨੇ ਘਰ ਨੂੰ ਚੱਲੀਏ। ਫਕੀਰ ਨੇ ਤਾਂ ਆਪਣੀ ਜੂਨ ਸੁਧਾਰ ਦਿੱਤੀ ਹੈ। ਪਤਨੀ ਕਹਿਣ ਲੱਗੀ ਨਹੀਂ, ਆਪਾਂ ਘਰ ਨਹੀਂ ਜਾਣਾ, ਅੱਗੇ ਵੀ ਆਪਾਂ ਹੋਰ ਟੱਪੇ ਮਾਰੀਏ, 1-2 ਥਾਂ ਰਹਿੰਦੀ ਹੈ, ਉਸ ਤੋਂ ਬਾਅਦ ਆਪਾਂ ਘਰ ਚੱਲਦੇ ਹਾਂ। ਕਹਿੰਦਾ ਕਿ ਨਹੀਂ ਭਾਗਵਾਨੇ, ਉਹ ਸੰਤ ਜੀ ਨੇ ਆਖਿਆ ਸੀ ਕਿ ਅੱਗੋਂ ਸਿਰਫ 5 ਟੱਪੇ ਹੀ ਮਾਰਨੇ ਹਨ, 5 ਤੋਂ ਵੱਧ ਨਹੀਂ ਮਾਰਨਾ। ਤਾਂ ਫਿਰ ਜਿਹੜਾ ਤੁਹਾਡੇ ਕੋਲ ਧਨ ਹੋਵੇਗਾ, ਨਹੀਂ ਤਾਂ ਉਹ ਤੁਸੀਂ ਗਵਾ ਬੈਠੋਗੇ। ਪਰ ਉਹ ਔਰਤ ਸੀ, ਉਹ ਨਾ ਮੰਨੀ।
ਉਹਨੇ ਛੇਤੀ ਨਾਲ ਕਹੀ ਫੜੀ ਤੇ ਆਪ ਟੱਪਾ ਮਾਰਨ ਲੱਗੀ। ਹੁਣ ਜਦੋਂ ਉਸਨੇ ਟੱਪਾ ਮਾਰਿਆ ਤਾਂ ਉਸਦਾ ਪੁੱਤ ਜਿਹੜਾ ਸੀ ਉਹ ਥੱਲੇ ਜ਼ਮੀਨ ਵਿੱਚ ਵੇਖ ਰਿਹਾ ਸੀ ਤੇ ਉਸਨੇ ਆਪਣੇ ਪੁੱਤ ਦੀ ਧੌਣ ਤੇ ਹੀ ਟੱਪਾ ਮਾਰ ਦਿੱਤਾ, ਕਿਉਂਕਿ ਉਸਦਾ ਬੱਚਾ ਛੇਤੀ ਨਾਲ ਹੀਰੇ ਚੁੱਕ ਰਿਹਾ ਸੀ, ਛੇਤੀ ਨਾਲ ਸੋਨਾ ਚੁੱਕ ਰਿਹਾ ਸੀ। ਜਿਵੇਂ ਹੀ ਉਹ ਟੱਪਾ ਮਾਰਨ ਲੱਗੀ ਤਾਂ ਇੱਕੋ ਦਮ ਥੱਲੇ ਹੋ ਗਿਆ ਕਿ ਮੈਂ ਭੱਜ ਕੇ ਚੁੱਕ ਲਵਾਂ। ਕਹਿੰਦੇ ਕਿ ਉਸਦੀ ਗਰਦਨ ਧੜ ਨਾਲੋਂ ਅਲੱਗ ਹੋ ਗਈ। ਕਹਿੰਦੇ ਕਿ ਉੱਥੋਂ ਬੈਠ ਕੇ ਉੱਚੀ ਰੋਣ ਲੱਗੀ। ਜਦੋਂ ਉਹ ਰੋਈ ਤੇ ਕੁਰਲਾਈ ਤਾਂ ਉਸਦੇ ਘਰ ਵਾਲੇ ਨੇ ਕਿਹਾ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੂੰ ਇਹ ਕੰਮ ਨਾ ਕਰ, ਪਰ ਤੂੰ ਇਸ ਕੰਮ ਕਰਨ ਨੂੰ ਬਾਜ਼ ਨਹੀਂ ਆਈ। ਸੰਤ ਫਕੀਰ ਨੇ ਕਿਹਾ ਸੀ ਕਿ 4 ਟੱਪੇ ਹੀ ਮਾਰਨੇ ਹਨ ਤੇ ਉਹਦੇ 'ਚ ਆਪਾਂ ਨੂੰ ਇੰਨਾ ਕੁਝ ਮਿਲ ਗਿਆ ਸੀ ਜਿਸ ਨਾਲ ਅਸੀਂ ਆਪਣੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਲੈ ਸਕਦੇ ਸੀ, 7 ਪੁਸ਼ਤਾਂ ਵੀ ਬੈਠ ਕੇ ਖਾ ਸਕਦੀਆਂ ਸਨ। ਹੁਣ ਵੇਖ ਸਾਡੇ ਕੋਲ ਕੁਝ ਨਹੀਂ ਬਚਿਆ ਤੇ ਹੁਣ ਤੂੰ ਕੀ ਕਰੇਂਗੀ। ਕਹਿੰਦੇ ਕਿ ਉੱਥੇ ਬੈਠ ਕੇ ਰੋਣ ਕੁਰਲਾਉਣ ਲੱਗੀ। ਕਹਿੰਦੇ ਕਿ ਜਿਹਨੇ ਤੈਨੂੰ ਉਹ ਸਾਰਾ ਕੁਝ ਦੱਸਿਆ ਸੀ ਤੂੰ ਉਹਦੇ ਕੋਲ ਮੈਨੂੰ ਲੈ ਕੇ ਚੱਲ। ਕਹਿੰਦੇ ਹੁਣ ਭੱਜਦੇ ਉਹ ਸੰਤ ਫਕੀਰ ਜੀ ਦੇ ਕੋਲ ਗਏ। ਜਾ ਕੇ ਸੰਤ ਫਕੀਰ ਜੀ ਨੂੰ ਸਾਰੀ ਗੱਲ ਦੱਸੀ। ਸੰਤ ਫਕੀਰ ਜੀ ਕਹਿੰਦੇ ਕਿ ਤੂੰ ਪਹਿਲਾਂ ਹੀ ਮੈਂ ਤੈਨੂੰ ਕਿਹਾ ਸੀ ਕਿ ਇਹ ਕੰਮ ਨਾ ਕਰਿਓ, ਪਰ ਤੁਸੀਂ ਬਾਜ਼ ਨਹੀਂ ਆਏ। ਹੁਣ ਉਹ ਰੋਵੋ ਤੇ ਕੁਰਲਾਵੋ। ਹੁਣ ਸੰਤ ਫਕੀਰ ਦੇ ਦਇਆ ਦੇ ਘਰ ਹੁੰਦੇ ਹਨ, ਇਹ ਤਾਂ ਅਸੀਂ ਸੁਣਿਆ ਹੀ ਹੈ। ਉਹਨਾਂ ਨੇ ਕਿਹਾ ਕਿ ਪੁੱਤਰ ਤੇਰਾ ਠੀਕ ਹੋ ਜਾਵੇਗਾ, ਪਰ ਇਹਦੇ ਬਦਲੇ ਤੈਨੂੰ ਇੱਕ ਕੰਮ ਕਰਨਾ ਪਵੇਗਾ। ਉਹ ਕਹਿੰਦੇ ਕਿ ਆਪਣੇ ਘਰ ਵਿੱਚੋਂ ਇੱਕ ਚੀਜ਼ ਬਾਹਰ ਕੱਢ ਕੇ ਹਮੇਸ਼ਾ ਦੇ ਲਈ ਸੁੱਟ ਦਿਓ। ਕਹਿੰਦੇ ਕਿ ਜਿੰਨੀਆਂ ਚੀਜ਼ਾਂ ਕਹੋਗੇ ਅਸੀਂ ਓਨੀਆਂ ਚੀਜ਼ਾਂ ਸੁੱਟ ਦੇਵਾਂਗੇ ਫਕੀਰ ਜੀ, ਪਰ ਸਾਡਾ ਪੁੱਤਰ ਠੀਕ ਹੋਣਾ ਚਾਹੀਦਾ ਹੈ। ਉਹ ਕਹਿੰਦੇ ਕਿ ਸਿਰਫ ਤੇ ਸਿਰਫ ਆਪਣੇ ਘਰ ਦੇ ਵਿੱਚੋਂ ਇੱਕ ਚੀਜ਼ ਹੀ ਕੱਢ ਕੇ ਸੁੱਟ ਦਿਓ। ਕਹਿੰਦੇ ਕਿ ਦੱਸੋ ਤਾਂ ਸਹੀ ਅਸੀਂ ਕੀ ਕੱਢ ਕੇ ਸੁੱਟੀਏ। ਤਾਂ ਫਕੀਰ ਜੀ ਕਹਿੰਦੇ ਕਿ ਤੁਸੀਂ ਆਪਣੇ ਘਰੋਂ ਲਾਲਚ ਨੂੰ ਬਾਹਰ ਕੱਢ ਕੇ ਸੁੱਟ ਦਿਓ। ਜੇ ਤੂੰ ਲਾਲਚ ਨੂੰ ਕੱਢ ਕੇ ਆਪਣੇ ਘਰੋਂ ਵਿੱਚੋਂ ਬਾਹਰ ਸੁੱਟ ਦਿਓਗੇ ਤਾਂ ਹਮੇਸ਼ਾ ਸੁਖੀ ਰਹੋਗੇ ਤੇ ਤੇਰਾ ਪੁੱਤਰ ਜਿਉਂਦਾ ਹੋ ਜਾਵੇਗਾ। ਕਹਿੰਦੇ ਕਿ ਠੀਕ ਹੈ, ਮੈਂ ਐਵੇਂ ਹੀ ਕਰਾਂਗੇ। ਹੁਣ ਉਹਦੀ ਘਰਵਾਲੀ ਕਹਿੰਦੀ ਕਿ ਇੱਕ ਚੀਜ਼ ਕਰਨੀ ਪੈਣੀ ਹੈ। ਉਹਨੇ ਕਿਹਾ ਜੀ ਮੈਂ ਸਭ ਕੁਝ ਕਰਾਂਗਾ। ਕਹਿੰਦੇ ਹੁਣ ਤੂੰ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾ ਤੇ ਇੱਥੇ ਬੈਠ ਕੇ, ਹੁਣ ਜਿਸ ਥਾਂ ਤੇ ਮੈਂ ਬੈਠਾ ਹਾਂ ਇੱਥੇ ਹੁਣ ਤੂੰ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਮੈਂ ਅਗਾਹਾਂ ਜਾਣਾ ਚਾਹੁੰਦਾ ਹਾਂ। ਕਹਿੰਦੇ ਕਿ ਇੰਨਾ ਹੀ ਕਹਿ ਕੇ ਕਹਿੰਦੇ ਕਿ ਇੰਨੀ ਗੱਲ ਕਹਿ ਕੇ ਸੰਤ ਫਕੀਰ ਜੀ ਉੱਥੋਂ ਚਲੇ ਗਏ। ਉਹਨਾਂ ਨੇ ਕਿਹਾ ਜਾ ਤੇਰਾ ਪੁੱਤਰ ਜਿਉਂਦਾ ਹੋ ਜਾਵੇਗਾ। ਕਹਿੰਦੇ ਜਦੋਂ ਉਹ ਉੱਥੇ ਚਲੇ ਗਏ ਤਾਂ ਉਹਨਾਂ ਨੇ ਜਿਵੇਂ ਹੀ ਵੇਖਿਆ ਤਾਂ ਪੁੱਤਰ ਉਹਨਾਂ ਦਾ ਜਿਉਂਦਾ ਹੋ ਚੁੱਕਿਆ ਸੀ। ਕਹਿੰਦੇ ਉਹਨਾਂ ਨੇ ਉਹਦੀ ਘਰਵਾਲੀ ਕਹਿੰਦੀ ਕਿ ਚਲੋ ਚੱਲੀਏ। ਉਹਨੇ ਕਿਹਾ ਨਹੀਂ, ਹੁਣ ਮੈਂ ਘਰ ਨਹੀਂ ਜਾਵਾਂਗਾ, ਮੈਂ ਇੱਥੋਂ ਹੀ ਵਾਪਸ ਜਾਵਾਂਗਾ। ਕਹਿੰਦੇ ਕਿ ਜਦੋਂ ਉਸ ਥਾਂ ਤੇ ਗਿਆ ਤਾਂ ਸੰਤ ਫਕੀਰ ਜੀ ਸਵਾਸ ਤਿਆਗ ਚੁੱਕੇ ਸਨ। ਉਹਨਾਂ ਦੇ ਰਹਿੰਦੇ ਸਵਾਸ ਉਹਨਾਂ ਦੇ ਪੁੱਤਰ ਨੂੰ ਦੇ ਚੁੱਕੇ ਸਨ। ਕਹਿੰਦੇ ਹੁਣ ਉਹਨਾਂ ਦੇ ਅੰਤਮ ਸੰਸਕਾਰ ਜੋ ਸੀ ਉਹਨਾਂ ਨੇ ਉਸੇ ਹੀ ਥਾਂ ਤੇ ਕੀਤਾ। ਹੁਣ ਆਪ ਪਰਮਾਤਮਾ ਦਾ ਦੋਵੇਂ ਹੀ ਜੀ ਨਾਮ ਜਪਣ ਲੱਗ ਪਏ। ਕਹਿੰਦੇ ਕਿ ਬੜੇ ਵਰੇ ਲੰਘ ਗਏ, ਉੱਥੇ ਬੈਠ ਕੇ ਨਾਮ ਜਪ ਰਿਹਾ ਸੀ। ਉਸ ਦੇਸ਼ ਦਾ ਕਹਿੰਦੇ ਕਿ ਜੋ ਰਾਜਾ ਸੀ ਉਹਦੇ ਕੋਲ ਪੁੱਤਰ ਦੀ ਦਾਤ ਹੋਈ ਸੀ। ਬੜੇ ਹੀ ਲੰਮੇ ਸਮੇਂ ਬਾਅਦ ਉਹਦੀ ਕੋਈ ਔਲਾਦ ਨਹੀਂ ਸੀ। ਜਦੋਂ ਪੁੱਤਰ ਦੀ ਦਾਤ ਹੋਈ ਤਾਂ ਉਸਨੇ ਬੜਾ ਵੱਡਾ ਜਸ਼ਨ ਮਨਾਇਆ। ਕਹਿੰਦੇ ਕਿ ਜਿੰਨੇ ਸੰਤ ਫਕੀਰ ਸਨ ਉਹਨਾਂ ਨੂੰ ਸਭ ਨੂੰ ਪ੍ਰਸ਼ਾਦਾ ਛਕਾਇਆ ਤੇ ਕਹਿੰਦੇ ਕਿ ਰਾਜੇ ਨੂੰ ਕਿਹਾ ਕਿ ਰਾਜਾ ਤੂੰ ਤਾਂ ਕਹਿੰਦਾ ਸੀ ਸਾਰੇ ਸੰਤ ਫਕੀਰਾਂ ਨੂੰ ਪ੍ਰਸ਼ਾਦਾ ਛਕਾਵਾਂਗਾ, ਪਰ ਜੰਗਲ ਦੇ ਵਿੱਚ ਇੱਕ ਸੰਤ ਫਕੀਰ ਬੜੇ ਲੰਮੇ ਅਰਸੇ ਤੋਂ ਉੱਥੇ ਨਾਮ ਜਪਦੇ ਪਏ ਹਨ, ਉਹਨਾਂ ਨੂੰ ਤੂੰ ਪ੍ਰਸ਼ਾਦਾ ਨਹੀਂ ਛਕਾਇਆ। ਕਹਿੰਦੇ ਰਾਜਾ ਆਪ ਚੱਲ ਕੇ ਥਾਲੀ ਵਿੱਚ ਪ੍ਰਸ਼ਾਦਾ ਪਾ ਕੇ ਉਹਨਾਂ ਦੇ ਕੋਲ ਲਿਆਇਆ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਲੱਗਾ। ਉਹ ਕਹਿੰਦਾ ਕਿ ਰਾਜਨ ਇਹ ਕਾਹਦੀ ਖੁਸ਼ੀ ਵਿੱਚ। ਕਹਿੰਦੇ ਮੇਰੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ। ਪਹਿਲਾਂ ਮੈਨੂੰ ਇਹ ਸੀ ਕਿ ਮੇਰਾ ਰਾਜ ਭਾਗ ਕਿਹੜਾ ਸੰਭਾਲੇਗਾ, ਹੁਣ ਪੁੱਤਰ ਹੋ ਗਿਆ ਹੈ, ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹੀ। ਉਹਨੇ ਕਿਹਾ ਅੱਛਾ। ਉਹ ਕਹਿੰਦਾ ਮਹਾਰਾਜ ਮੇਰੇ ਮਨ ਵਿੱਚ ਇੱਕ ਸਵਾਲ ਹੈ, ਮੈਂ ਜਿਹੜਾ ਰਾਜਾ ਬਣਿਆ ਹਾਂ, ਹੁਣ ਕੋਈ ਜਿਹੜਾ ਵੀ ਵੇਖੋ ਤੁਸੀਂ ਸੰਤ ਫਕੀਰ ਹੋ, ਮੈਂ ਰਾਜਾ ਬਣਿਆ ਹਾਂ, ਮੇਰੇ ਨਾਲ ਹੋਰ ਵੀ ਕਈ ਜੰਮੇ ਹੋਣਗੇ। ਕਹਿੰਦਾ ਕਿ ਉਹ ਬੜੇ ਗਰੀਬ ਹਨ, ਪਰ ਐਸਾ ਕਿਉਂ ਕਿ ਮੈਨੂੰ ਹੀ ਰਾਜ ਭਾਗ ਕਿਉਂ ਮਿਲਿਆ। ਸੰਤ ਫਕੀਰ ਜੀ ਕਹਿੰਦੇ ਤੇਰਾ ਸਵਾਲ ਬੜਾ ਸ਼ਾਨਦਾਰ ਹੈ, ਪਰ ਇਹਦਾ ਜਵਾਬ ਇੱਥੋਂ ਸਿੱਧਾ ਹੁਣ ਤੂੰ ਚਲਿਆ ਜਾ। ਅੱਗੇ ਇੱਕ ਸੰਤ ਫਕੀਰ ਹੋਣਗੇ ਥੋੜੀ ਦੂਰ, ਕਹਿ ਲਓ ਕਿ ਮੇਰੇ ਵੀ ਗੁਰੂ ਹਨ, ਉਹ ਤੈਨੂੰ ਇਸ ਗੱਲ ਦਾ ਜਵਾਬ ਦੇ ਦੇਣਗੇ। ਇਸ ਤਰ੍ਹਾਂ ਹੀ ਉਹ ਰਾਜਾ ਤੁਰਿਆ ਜਾਂਦਾ ਹੈ। ਅੱਗੇ ਜਾ ਕੇ ਫਿਰ ਇੱਕ ਸੰਤ ਫਕੀਰ ਮਿਲਦੇ ਹਨ। ਉਹਨਾਂ ਨੂੰ ਪੁੱਛਦਾ ਹੈ ਕਿ ਮੈਂ ਆਪਣੇ ਸਵਾਲ ਦਾ ਜਵਾਬ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹਾਂ।
ਕਿ ਮੈਂ ਹੀ ਇਸ ਰਾਜ ਦਾ ਰਾਜ ਭਾਗ ਕਿਉਂ ਸੰਭਾਲਿਆ ਹੈ, ਮੈਂ ਹੀ ਰਾਜਾ ਕਿਉਂ ਬਣਿਆ ਹਾਂ। ਉੱਥੇ ਦੋ ਸੰਤ ਫਕੀਰ ਬੈਠੇ ਹੁੰਦੇ ਹਨ। ਉਹ ਆਖਦੇ ਹਨ ਕਿ ਇਹ ਤੇਰੇ ਕਰਮਾਂ ਵਿੱਚ ਸੀ। ਇੱਕ ਉੱਥੇ ਕੋਲੇ ਖਾ ਰਿਹਾ ਹੁੰਦਾ ਹੈ ਤੇ ਇੱਕ ਉੱਥੇ ਵੈਸੇ ਹੀ ਭਗਤੀ ਵਿੱਚ ਲੀਨ ਹੁੰਦਾ ਹੈ। ਫਿਰ ਉਹ ਆਖਦੇ ਹਨ ਕਿ ਇਸ ਗੱਲ ਦਾ ਜਵਾਬ ਤੂੰ ਅੱਗੇ ਤੁਰਿਆ ਜਾ, ਉਥੋਂ ਤੈਨੂੰ ਮਿਲ ਜਾਵੇਗਾ। ਇੱਦਾਂ ਹੀ ਉਹ ਰਾਜਾ ਜੰਗਲਾਂ ਦੇ ਵਿੱਚ ਅੱਗੇ ਤੁਰਿਆ ਜਾਂਦਾ ਹੈ। ਅੱਗੋਂ ਜਾ ਕੇ ਪੁੱਛਦਾ ਹੈ ਕਿ ਮੈਂ ਆਪਣੇ ਸਵਾਲ ਦਾ ਜਵਾਬ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹਾਂ। ਅੱਗੇ 3 ਜਾਣੇ ਹੁੰਦੇ ਹਨ। ਉਹੀ ਕੁਝ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੁੰਦੇ ਹਨ ਜੋ ਕਿ ਸਹੀ ਨਹੀਂ ਹੁੰਦਾ। ਉਹ ਰਾਜਾ ਸੋਚਦਾ ਹੈ ਇਹ ਕੀ ਹੋ ਰਿਹਾ ਹੈ। ਤਾਂ ਜਦੋਂ ਉਹ ਅਖੀਰਲੇ ਜਾ ਕੇ ਸੰਤ ਫਕੀਰ ਦੇ ਕੋਲ ਪਹੁੰਚਦਾ ਹੈ, ਉੱਥੇ ਜਦੋਂ ਉਸਨੂੰ ਆਪਣਾ ਸਵਾਲ ਦੱਸਦਾ ਹੈ ਤਾਂ ਉਹ ਸੰਤ ਫਕੀਰ ਉਸਨੂੰ ਆਖਦਾ ਹੈ, ਤੂੰ ਪਿਛਲੇ ਜਿਹੜੇ ਸੰਤ ਫਕੀਰ ਵੇਖੇ ਹਨ ਉਹਨਾਂ ਦੇ ਵਿੱਚ ਤੂੰ ਇੱਕ ਕੋਲੇ ਖਾਂਦਾ ਵੇਖਿਆ ਹੋਵੇਗਾ ਤੇ ਇੱਕ ਘੱਟਾ ਉਡਾਉਂਦਾ ਹੋਇਆ ਵੇਖਿਆ ਹੋਵੇਗਾ। ਉਹ ਕਹਿੰਦਾ ਜੀ ਹਾਂਜੀ, ਮੈਂ ਇਹੀ ਸਭ ਕੁਝ ਪਿੱਛੇ ਵੇਖ ਕੇ ਆਇਆ ਹਾਂ। ਤਾਂ ਉਸ ਸੰਤ ਫਕੀਰ ਨੇ ਕਿਹਾ ਕਿ ਤੁਸੀਂ ਇੱਕ ਵਾਰ ਦੀ ਗੱਲ ਹੈ ਕਿ 3 ਜਾਣੇ ਬੈਠੇ ਸੀ ਤੇ ਤੁਹਾਡੇ ਕੋਲ ਇੱਕ ਕੁੱਤੀ ਆਈ ਸੀ। ਉਸਨੇ ਆਪਣੇ ਬੱਚਿਆਂ ਨੂੰ ਜਨਮ ਦਿੱਤਾ ਹੋਇਆ ਸੀ। ਬੱਚੇ ਉਸਦੇ ਭੁੱਖ ਕਰਕੇ ਕੁਰਲਾ ਰਹੇ ਸਨ ਤੇ ਉਹਨਾਂ ਜਿਹੜੇ ਦੋਵੇਂ ਜਾਣੇ ਸਨ, ਉਹ ਜਿਹੜੇ ਤੈਨੂੰ ਪਿੱਛੇ 3 ਜਾਣੇ ਮਿਲੇ ਹਨ, ਉਹਨਾਂ ਦੇ ਵਿੱਚੋਂ ਇੱਕ ਤੂੰ ਸੀ ਜੋ ਪਾਠ ਕਰ ਰਿਹਾ ਸੀ ਤੇ ਦੂਜੇ 2 ਜਾਣੇ, ਇੱਕ ਜਿਹੜਾ ਕੋਲੇ ਖਾ ਰਿਹਾ ਸੀ, ਇੱਕ ਘੱਟਾ ਉਡਾ ਰਿਹਾ ਸੀ। ਉਹ ਦੋਵੇਂ ਜਾਣੇ ਤੇਰੇ ਦੋਸਤ ਸੀ। ਪਰ ਤੂੰ ਕੀ ਕੀਤਾ ਸੀ? ਉਹ ਜਿਹੜੀ ਕੁੱਤੀ ਭੁੱਖ ਦੇ ਨਾਲ ਕੁਰਲਾ ਰਹੀ ਸੀ ਤੇ ਉਸਦੇ ਬੱਚੇ ਵਿਲਕ ਰਹੇ ਸਨ, ਤੂੰ ਉਹਨਾਂ ਨੂੰ ਆਪਣੇ ਭੋਜਨ ਦੇ ਵਿੱਚੋਂ ਕੁਝ ਹਿੱਸਾ ਛਕਾ ਦਿੱਤਾ ਸੀ। ਤੇ ਉਹ ਜਿਹੜਿਆਂ ਨੂੰ ਤੂੰ ਕਿਹਾ ਸੀ ਕਿ ਇਸ ਨੂੰ ਵੀ ਥੋੜੀ ਜਿਹੀ ਰੋਟੀ ਪਾ ਦਿਓ ਤਾਂ ਕਿ ਇਸ ਦਾ ਢਿੱਡ ਭਰ ਜਾਵੇ ਤੇ ਆਪਣੇ ਬੱਚਿਆਂ ਨੂੰ ਦੁੱਧ ਪਿਲਾ ਸਕੇ, ਪਰ ਉਹ ਜਿਹੜੇ ਤੇਰੇ ਦੋਸਤ ਸਨ, ਇੱਕ ਨੇ ਕਿਹਾ ਸੀ ਕਿ ਜੇ ਇਸ ਨੂੰ ਪਾ ਦਿੱਤਾ ਤਾਂ ਮੈਂ ਘੱਟਾ ਖਾਵਾਂਗਾ ਤੇ ਦੂਜੇ ਨੇ ਕਿਹਾ ਸੀ ਕਿ ਜੇ ਇਸ ਨੂੰ ਮੈਂ ਰੋਟੀ ਆਪਣੇ ਹਿੱਸੇ ਦੀ ਪਾ ਦਿੱਤੀ ਤਾਂ ਮੈਂ ਕੀ ਕੋਲਾ ਖਾਵਾਂਗਾ। ਇਸ ਲਈ ਜੋ ਵੀ ਰਹਿਮਤ ਹੋਈ ਹੈ ਤੇਰੇ ਤੇ ਹੋਈ ਹੈ, ਉਹਨਾਂ ਤੇ ਨਹੀਂ ਹੋਈ। ਇਹ ਸਭ ਸਾਡੇ ਪਿਛਲੇ ਕਰਮਾਂ ਦੀ ਖੇਡ ਹੁੰਦੀ ਹੈ। ਜੋ ਅਸੀਂ ਕਰਮ ਕਰਾਂਗੇ ਉਹ ਸਾਨੂੰ ਵੱਢਣੇ ਪੈਣੇ ਹਨ, ਭਾਵ ਕਿ ਸਾਨੂੰ ਉਹਨਾਂ ਦਾ ਫਲ ਭੁਗਤਣਾ ਪੈਣਾ ਹੈ। ਜੇਕਰ ਚੰਗੇ ਕਰਮ ਕਰਾਂਗੇ ਤਾਂ ਚੰਗਾ ਹੀ ਨਤੀਜਾ ਮਿਲੇਗਾ, ਜੇਕਰ ਮਾੜੇ ਕਰਮ ਕਰਾਂਗੇ ਤਾਂ ਉਸ ਦਾ ਵੀ ਨਤੀਜਾ ਸਾਨੂੰ ਜ਼ਰੂਰ ਪ੍ਰਾਪਤ ਹੋਵੇਗਾ। ਇਸ ਲਈ ਆਪਣੇ ਮਨ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਤਿਆਗ ਕੇ ਪਰਮਾਤਮਾ ਦਾ ਨਾਮ ਸਿਮਰੋ। ਪਰਮਾਤਮਾ ਨੇ ਹੀ ਤੁਹਾਡੇ ਅੱਗੇ ਜਾ ਕੇ ਕੰਮ ਆਉਣਾ ਹੈ, ਤੁਹਾਡਾ ਲੋਕ ਪਰਲੋਕ ਸਵਾਰਿਆ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।